ਮੇਰੇ ਜੀ ਰਜਿਸਟਰੀ ਮੇਰੀ ਰੱਖਤੀ ਹੈ ਬੈਂਕ 'ਚ, ਮੈਨੂੰ ਬਿਨਾਂ ਦੱਸੇ ਲੋਨ ਲੈ ਲਿਆ ਗਿਆ ਵੈ। ਇਹ ਮੇਰੀ ਆਂਟੀ ਹੈ, ਇਹਨਾਂ ਦੇ 7 ਲੱਖ ਰੁਪਏ। ਹਾਂਜੀ, ਉਹ ਵੀ ਨਹੀਂ, ਹੁਣ ਬੰਦਾ ਬਸ ਲਾਰੇ ਹੀ ਲਾ ਰਿਹਾ ਵੈ ਜੀ, ਨਾ ਤਾਂ ਪੈਸੇ ਤੇ ਨਾ ਮੇਰੀ ਰਜਿਸਟਰੀ ਦਾ ਕੋਈ ਪਤਾ ਵੈ। ਮੈਂ ਰਿਟਾਇਰ ਹੋਈ थी कारपोरेशन में जी, जिन्ना पैसा मिला मैंने 7-8 लाख रुपया 7 मैं दे चुकी अपनी कुड़ी नूं, बई तू मकान ले रही, चल कोई नहीं। ते रजिस्ट्री ना मैंने दिखाई, ना मेरे हाथ में कुछ दिया, ते मेरा पैसा लेकर कुड़ी की रजिस्ट्री लेकर पैसा मकान का सारा पूरा करके ते वो मकान 16 लाख का बेचता, अपना मकान बना लिया उन्हें। ਤੁਸੀਂ ਇੱਕੋਦਮ ਸਾਈਨ ਕਰਤੇ, ਮਤਲਬ ਤੁਹਾਨੂੰ ਪਤਾ ਨਹੀਂ ਚੱਲਿਆ ਵੀ ਤੁਸੀਂ ਡਾਕੂਮੈਂਟਸ ਤੇ ਸਾਈਨ ਕਰ ਰਹੇ ਹੋ? ਨਹੀਂ ਜੀ, ਪਹਿਲੇ ਨਾ ਇਹਨਾਂ ਨੇ ਟਾਵਰ ਲਗਵਾਇਆ ਉੱਪਰ ਇੱਕ ਛੱਤ ਤੇ। ਅੱਛਾ। ਹਾਂਜੀ, ਜੀਓ ਦਾ, ਤੇ ਉਹਦੇ ਚੱਕਰ 'ਚ ਇਹਨਾਂ ਨੇ ਕਿੰਨੀ ਵਾਰੀ ਸਾਈਨ ਕਰਵਾਏ। ਮੇਰੇ ਕੋਲ ਮੁੰਡੇ ਆਂਦੇ ਰਹੇ, ਆਂਟੀ ਇੱਥੇ ਸਾਈਨ ਕਰ ਦਿਓ, ਇੱਥੇ ਸਾਈਨ ਕਰ ਦਿਓ। ਇਹ 10 ਸਾਲ ਦਾ ਐਗਰੀਮੈਂਟ ਬਣ ਗਿਆ, ਤੁਹਾਨੂੰ ਪੈਸੇ ਆਂਦੇ ਰਹੋਗੇ। ਮੈਂ ਕਿਹਾ ਚਲੋ ਕੋਈ ਗੱਲ ਨਹੀਂ। ਹਾਂਜੀ, ਤੇ ਹੁਣ ਜਦੋਂ ਬਾਅਦ 'ਚ ਪਤਾ ਲੱਗਿਆ ਵੀ ਉਹ ਸਾਈਨ ਇਹਨਾਂ ਨੇ ਕਾਹਦੇ ਲਈ ਲਿੱਤੇ ਸੀਗੇ। ਮੈਂ ਕਦੀ ਬੈਂਕ ਨਹੀਂ ਗਈ, ਕਦੀ ਮੈਨੂੰ ਬੈਂਕ ਨਹੀਂ ਬੁਲਾਇਆ, ਮੇਰੇ ਕੁਝ ਵੀ ਨਹੀਂ ਹੋਇਆ, ਮੈਨੂੰ ਬੈਂਕ ਤੱਕ ਦਾ ਨਹੀਂ ਪਤਾ। ਬਸ ਉਦੋਂ ਹੀ ਪਤਾ ਲੱਗਿਆ ਜਿੱਦਣ ਮੇਰੇ ਘਰੇ ਨੋਟਿਸ ਲੱਗਿਆ ਜੀ। ਇਹ ਜਿਹੜੀ ਘਟਨਾ ਤੁਹਾਡੇ ਨਾਲ ਵਾਪਰੀ ਹੈ, ਕਦ ਦੀ ਹੈ ਇਹ ਹੋ ਗਏ ਜੀ 1.5 ਸਾਲ ਹੋ ਗਿਆ ਵੈ, ਪਰ ਮੈਂ 2 ਵਾਰੀ ਇੱਥੇ ਐਪਲੀਕੇਸ਼ਨ ਦੇ ਚੁੱਕੀ ਹਾਂ। ਫਿਰ ਜਗਤਪੁਰੀ ਚੌਂਕੀ 'ਚ ਆ ਗਈ, ਉੱਥੇ ਮੈਂ ਬੁਲਾਈ ਜਾਂਦੇ ਆ, ਮੈਂ 10 ਗੇੜੇ ਲਾ ਲਈਏ, ਕੁਛ ਨਹੀਂ, ਇੱਦਾਂ ਹੀ ਬੈਠ ਕੇ ਮੈਂ ਆ ਜਾਂਦੀ ਹਾਂ। ਕੋਈ ਸੁਣਵਾਈ ਨਹੀਂ ਹੈਗੀ, ਕੋਈ ਨਹੀਂ ਕੁਝ ਵੀ ਸੁਣਦਾ ਵੈ। ਲੁਧਿਆਣਾ ਲਾਈਵ ਵੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ। ਤੁਸੀਂ ਵੇਖ ਸਕਦੇ ਹੋ ਇਸ ਵੇਲੇ ਅਸੀਂ ਮੌਜੂਦ ਹਾਂ ਲੁਧਿਆਣਾ ਸੀਪੀ ਆਫਿਸ ਦੇ ਬਾਹਰ, ਸੀਪੀ ਸਾਹਿਬ ਦੇ ਆਫਿਸ ਦੇ ਬਾਹਰ, ਔਰ 2 ਮਹਿਲਾਵਾਂ ਨੇ ਅੱਜ ਸੀਪੀ ਸਾਹਿਬ ਦੇ ਦਰਬਾਰ ਦੇ ਵਿੱਚ ਫਰਿਆਦ ਲੈ ਕੇ ਪਹੁੰਚੀਆਂ ਨੇ। ਹਾਂਜੀ, ਕੀ ਨਾਮ ਹੈ ਤੁਹਾਡਾ? ਮੇਰਾ ਅੰਜੂ ਹੈ ਜੀ। ਅੰਜੂ ਜੀ, ਕੀ ਪ੍ਰੋਬਲਮ ਹੈ? ਮੇਰੇ ਜੀ ਰਜਿਸਟਰੀ ਮੇਰੀ ਰੱਖਤੀ ਹੈ ਬੈਂਕ 'ਚ, ਮੈਨੂੰ ਬਿਨਾਂ ਦੱਸੇ ਲੋਨ ਲੈ ਲਿਆ ਗਿਆ ਵੈ। ਇਹ ਮੇਰੀ ਆਂਟੀ ਹੈ, ਇਹਨਾਂ ਦੇ 7 ਲੱਖ ਰੁਪਏ। ਹਾਂਜੀ, ਉਹ ਵੀ ਨਹੀਂ, ਹੁਣ ਬੰਦਾ ਬਸ ਲਾਰੇ ਹੀ ਲਾ ਰਿਹਾ ਵੈ ਜੀ, ਨਾ ਤਾਂ ਪੈਸੇ ਤੇ ਨਾ ਮੇਰੀ ਰਜਿਸਟਰੀ ਦਾ ਕੋਈ ਪਤਾ ਵੈ। ਤੁਸੀਂ ਸੀਪੀ ਸਾਹਿਬ ਦੇ ਦਰਬਾਰ ਦੇ ਵਿੱਚ ਅੱਜ ਹਾਜ਼ਰ ਹੋਏ ਹੋ ਫਰਿਆਦ ਲੈ ਕੇ। ਇਹ ਜਿਹੜੀ ਘਟਨਾ ਤੁਹਾਡੇ ਨਾਲ ਵਾਪਰੀ ਹੈ, ਕਦ ਦੀ ਹੈ ਇਹ ਹੋ ਗਏ ਜੀ 1.5 ਸਾਲ ਹੋ ਗਿਆ ਵੈ, ਪਰ ਮੈਂ 2 ਵਾਰੀ ਇੱਥੇ ਐਪਲੀਕੇਸ਼ਨ ਦੇ ਚੁੱਕੀ ਹਾਂ, ਕੋਈ ਮੇਰੀ ਸੁਣਵਾਈ ਨਹੀਂ ਹੈਗੀ ਕਿਤੇ ਵੀ। ਜਿਹੜੇ ਬੰਦੇ ਨੇ ਤੁਹਾਡੇ ਨਾਲ ਇਹ ਘਟਨਾ ਠੱਗੀ ਮਾਰੀ ਆ, ਉਹ ਕੌਣ ਹੈ? ਉਹ ਹੈਗੇ ਜੀ ਸਰਦਾਰ ਜੀ ਹੈਗੇ ਉੱਥੇ, ਵੀਰ ਚੰਦ ਗੌਰ, ਸਾਡੇ ਸਾਹਮਣੇ ਰਹਿੰਦੇ ਸੀਗੇ। ਰੋਜ਼ ਦਾ ਸਾਡੇ ਆਣਾ ਜਾਣਾ ਸੀਗਾ, ਬੈਠਣਾ ਉੱਠਣਾ, ਚਾਹ ਪਾਣੀ ਪੀਂਦੇ ਸੀਗੇ। ਇਦਾਂ ਹੀ ਮੈਨੂੰ ਗੱਲਾਂ 'ਚ ਉਹਨਾਂ ਨੇ ਲਾ ਲਿਆ, ਬੜੀ ਮਿੱਠੀ ਮਿੱਠੀਆਂ ਗੱਲਾਂ ਕਰਕੇ। ਸਾਹਮਣੇ ਵਾਲਾ ਪਲਾਟ ਕਹਿੰਦੇ ਤੁਸੀਂ ਲੈ ਲਓ, ਲੈ ਲਿਆ। ਉਹਦੇ 7 ਲੱਖ ਰੁਪਏ ਵੀ ਦੇ ਦਿੱਤੇ ਹੈ, ਵਿੱਚ ਰਜਿਸਟਰੀ ਵੀ ਲੈ ਲਈ ਹੈ, ਤੇ ਹੁਣ ਨਾ ਮੇਰੀ ਰਜਿਸਟਰੀ ਦਾ ਕੁਝ ਹੈਗਾ, ਨਾ ਪੈਸਿਆਂ ਦਾ ਕੁਝ ਹੈਗਾ ਜੀ। ਰਜਿਸਟਰੀ ਕਿੱਥੇ ਹੈ? ਰਜਿਸਟਰੀ ਬੈਂਕ 'ਚ ਰੱਖ ਕੇ ਲੋਨ ਲੈ ਲਿਆ ਜੀ ਉਹਨੇ। ਉਹਨਾਂ ਨੇ ਤੁਹਾਡੀ ਰਜਿਸਟਰੀ ਬੈਂਕ 'ਚ ਰੱਖ ਕੇ ਤੁਹਾਨੂੰ ਨਹੀਂ ਪਤਾ ਚੱਲਾ? ਨਹੀਂ ਜੀ, ਮੈਨੂੰ ਨਹੀਂ ਪਤਾ ਲੱਗਿਆ। ਜਦੋਂ ਮੇਰੇ ਘਰੇ ਨੋਟਿਸ ਲੱਗ ਗਿਆ ਉਦੋਂ ਮੈਨੂੰ ਪਤਾ ਲੱਗਿਆ। ਨੋਟਿਸ ਕਿਹੜਾ, ਬੈਂਕ ਦਾ? ਬੈਂਕ ਦਾ ਲੱਗਿਆ, ਹਾਂਜੀ। ਹੁਣ ਉਹਨਾਂ ਨੇ ਟਾਈਮ ਦਿੱਤਾ ਹੋਇਆ ਜੀ 60 ਦਿਨ ਦਾ, ਵੀ ਜੇ ਪੈਸੇ ਨਹੀਂ ਦਿੱਤੇ ਗਏ, ਨਹੀਂ ਕੋਈ ਕਾਰਵਾਈ ਹੋਈ ਹੈ, ਤੇ ਅਸੀਂ ਜ਼ਬਤ ਕਰ ਲਾਂਗੇ ਤੁਹਾਡਾ ਮਕਾਨ। ਅੱਛਾ, ਕਿੰਨੇ ਦੀ ਪ੍ਰਾਪਰਟੀ, ਕਿੰਨੇ ਦੀ ਹੈ ਟੋਟਲ ਇਹ? ਹੋਊਗੀ ਜੀ 25 ਤੋਂ ਉੱਤੇ ਹੀ ਹੈ ਜੀ। 25 ਤੋਂ ਉੱਤੇ? ਹਾਂਜੀ। ਤੇ ਉਹਦੇ ਤੇ ਲੋਨ ਕਿੰਨਾ ਹੋਇਆ? ਲੋਨ 5 ਲੱਖ ਲਿੱਤਾ ਉਹਨੇ, ਕਹਿੰਦੇ ਪਏ। ਹਾਂਜੀ, 25 ਤੋਂ ਉੱਤੇ ਦੀ ਪ੍ਰਾਪਰਟੀ ਹੈ, ਤੇ ਉਹਦੇ ਵਿੱਚ ਰਜਿਸਟਰੀ ਪਲੇਜ ਕਰਕੇ ਤੁਹਾਡੀ 5 ਲੱਖ ਦਾ ਲੋਨ ਲੈ ਲਿਆ? ਹਾਂਜੀ, 5 ਲੱਖ ਦਾ ਲੋਨ ਲੈ ਲਿਆ ਜੀ। ਕੀ ਨਾਮ ਹੈ ਉਹਨਾਂ ਦਾ? ਵੀਰ ਚੰਦ ਗੌਰ। ਵੀਰ ਚੰਦ ਗੌਰ। ਇਹਨਾਂ ਦਾ ਵੀ ਇਹੀ ਮਸਲਾ ਹੈਗਾ ਵਾ? ਹਾਂਜੀ, ਇਹਨਾਂ ਦੇ ਪੈਸੇ ਸੀਗੇ ਜੀ। ਹਾਂਜੀ, ਇਹ ਮੇਰੀ ਭੂਆ ਜੀ ਹੈਗੇ, ਇਹਨਾਂ ਨੇ ਮੈਨੂੰ 7 ਲੱਖ ਰੁਪਏ ਦਿੱਤੇ ਸੀਗੇ ਮਕਾਨ ਲੈਣ ਵਾਸਤੇ, ਉਹ ਵੀ ਮੈਂ ਉਹਨੂੰ ਦੇ ਬੈਠੀ ਹੈ। ਬਾਅਦ 'ਚ ਕਹਿੰਦਾ ਇਹਨੂੰ ਵੇਚ ਕੇ ਨਾ ਤੁਹਾਡੀ ਰਜਿਸਟਰੀ ਵੀ ਦੇ ਦਿੰਨਾ ਮੈਂ, ਤੇ ਇਹਨਾਂ ਦੇ ਪੈਸੇ ਵੀ ਦੇ ਦਿੰਨਾ। ਨਾ ਇਹਨਾਂ ਦਾ ਕੋਈ ਪੈਸਾ ਮਿਲਿਆ ਤੇ ਨਾ ਕੋਈ। ਆ ਲਿਖਿਆ ਹੈ ਜੀ, ਦੇਰ ਕੇ ਮੈਨੂੰ ਸਟਾਂਪ ਬਣਾ ਕੇ 50 ਰੁਪਏ ਦਾ। ਕਹਿੰਦਾ ਇਹ ਜਦੋਂ ਵਿਕ ਜਾਣਾ ਮੇਰੇ ਸੱਟ ਲੱਗੀ। ਮੈਂ ਰਿਟਾਇਰ ਹੋਈ थी कारपोरेशन में जी, जिन्ना पैसा मिला मैंने 7-8 लाख रुपया 7 मैं दे चुकी अपनी कुड़ी नूं, बई तू मकान ले रही, चल कोई नहीं। ते नाल के नाल मेरा 31 दसंबर ਨੂੰ मैं रिटायर हुई, ते मार्च 18 मार्च ਨੂੰ मेरा सट लगी, एक्सीडेंट हो गया, मेरी ਲੱਤ टूट गई। ਤੇ ਇਹ ਕਹਿਣ ਲੱਗਿਆ ਬਈ ਪੈਸੇ ਕਮਾਉਣ ਵਾਲੇ, ਮੇਰੀ ਕੁੜੀ ਪਤਾ ਚੁੱਪਚਾਪ ਹੀ ਰਜਿਸਟਰੀ ਲੈ ਲਈ, ਪੈਸਾ ਪੂਰਾ ਕਰਤਾ, ਮਕਾਨ ਖਰੀਦ ਲਿਆ। ਫਿਰ 16 ਲੱਖ ਦਾ ਵੇਚ ਵੀ ਦਿੱਤਾ, ਉਹ ਵੀ ਪੈਸੇ ਆਪਣੇ ਪਾਸ ਰੱਖੇ, ਮੈਨੂੰ ਸਟਾਂਪ ਦਿੱਤਾ। ਕਹਿੰਦੇ ਜੀ ਮੈਂ ਮਕਾਨ ਵੇਚ ਕੇ ਦੇ ਦੇਣਾ ਹੈ। मैं कहा जी मेरे पास बस की रही नहीं, मेरा मकान मैनू सैट नहीं बैठा, बई मेरे पास अभी बकाया नहीं है। ना मैनू ये दसिया भी कुड़ी की रजिस्ट्री ले ली, बई मैं पैसा पूरा करता, रजिस्ट्री बनवा दी मेरे नाँ ते रजिस्ट्री ना मैनू दिखाई, ना मेरे हाथ में कुछ दिया। तो मेरा पैसा लेकर कुड़ी की रजिस्ट्री लेकर पैसा मकान का सारा पूरा करके तो वो मकान 16 लाख का बेचता, अपना मकान बना लिया उन्हें। जे असी मंगन जाते हैं कहते जाओ मेरा क्या बिगाड़ोगे कुछ। तो नाल ही इसका मुंडा ना एदा मुंडा मेरे घरे आया, कहता माता तू चल
ਵੀ ਪੈਰ ਮਾ ਸੱਟ ਲੱਗੀ ਹੋਈ ਆ, ਗੱਡੀ ਲੈ ਕੇ ਆਇਆ ਮੈਨੂੰ ਲੈਣ ਤੇ ਉਹਨੇ ਕਿਹਾ ਮੈਨੂੰ ਬਈ ਅਖਤਿਆਰਨਾਮੇ ਪਰ ਸਾਈਨ ਕਰ ਦੋ, ਤੇਰੇ ਅਖਤਿਆਰਨਾਮੇ ਤੇ ਮੈਂ ਸਾਈਨ ਹੋਣਗੇ ਤਾਂ ਮਕਾਨ ਵਿਕੂਗਾ। मैं क्या नहीं भाई, मैं चल रही औखी सखाली, मैं फिर भी जा चली गई, पैर टुटे में हौली हौली तो इन्हें साइन करा कर नाल ही दूजे तीजे महीने में ही मतलब मकान बिक गया। इन्हें मैनू कोई पैसा नहीं दिता। मैं क्या मैनू दाल सब्जी वास्ते पैसा दे दे, क्योंकि ना ही मेरी पेंशन लगी, तनख्वाह मेरी बंद होगी तो मैं बहुत दुखी हुई। ये मुंडे ने कहा भाई आंटी मैं आन लग रहा 10-20 दिन में मकान बिक गया, भाई वह लोन करा रहे हैं, भाई मैं प्रॉफिट भी दूंगा नाल जे तुहाडा बिक गया जिन्ने दा बिकूगा। मैं कहा चल प्रॉफिट की मेरे को लोड़ नहीं है, तो मेरे जितने मेरे हैं साथ के साथ मैनू दे दे। रजिस्ट्री का तो मैनू बाद में ही पता चला भी ये रखा उन्हें वो करया। फिर मेरे पास से क्यों साइन करा रहे थे अख्तियारनामे पर, जब 1.5 लाख के पीछे 14.5 लाख की जबान हुई मेरी। जब इस 5 लाख इधर से चले गए, 7 मेरे चले गए, रह गया था क्या इसका, फिर क्या रह गया तब बताओ। ਸੋ ਤਸਵੀਰਾਂ ਤੁਸੀਂ ਵੇਖ ਸਕਦੇ ਹੋ। ਇਸ ਵੇਲੇ ਅਸੀਂ ਮੌਜੂਦ ਹਾਂ ਕਮਿਸ਼ਨਰ ਸਾਹਿਬ ਦੇ ਆਫਿਸ ਦੇ ਬਾਹਰ। ਹਾਲਾਂਕਿ ਹਰ ਰੋਜ਼ ਕਈ ਫਰਿਆਦੀ ਨੇ ਜਿਹੜੇ ਇੱਥੇ ਸੀਪੀ ਸਾਹਿਬ ਦੇ ਦਰਬਾਰ ਦੇ ਵਿੱਚ ਫਰਿਆਦ ਲੈ ਕੇ ਹਾਜ਼ਰ ਹੁੰਦੇ ਆ, ਜੋ ਉਹਨਾਂ ਨੂੰ ਸਮੱਸਿਆਵਾਂ ਆਉਂਦੀਆਂ ਉਸ ਬਾਬਤ ਇੱਥੇ ਆਉਂਦੇ ਆ ਔਰ ਆਪਣੀ ਦਰਖਾਸਤ ਦਿੰਦੇ ਆ, ਆਪਣੀ ਫਰਿਆਦ ਹੈ ਜਿਹੜਾ ਸੀਪੀ ਸਾਹਿਬ ਦੇ ਦਰਬਾਰ ਦੇ ਵਿੱਚ ਲੈ ਕੇ ਆਉਂਦੇ ਆ। ਮੈਮ ਤੁਹਾਡੇ ਹਸਬੈਂਡ ਤੁਹਾਡੀ ਫੈਮਿਲੀ 'ਚ ਕੌਣ ਕੌਣ ਹੈ? ਬਸ ਮੇਰਾ ਇੱਕ ਬੇਟਾ ਹੈ, ਹੋਰ ਕੋਈ ਨਹੀਂ ਹੈਗਾ। ਹਸਬੈਂਡ ਨਹੀਂ ਉਹ ਹੈ ਨਹੀਂ ਕਿ ਜਿਹਨਾਂ ਦੀ ਡੈਥ ਹੋ ਚੁੱਕੀ ਹੈ। वही पैसा तो मिला था सर, उसी का मकान लिता सी इन्हें। ਇਹ ਮਕਾਨ ਉਹਦਾ ਹੀ ਮੈਂ ਲਿਆ ਸੀਗਾ ਜਿਹੜਾ ਮਕਾਨ ਹੈ। ਬਸ ਮੈਂ ਤੇ ਮੇਰਾ ਬੇਟਾ ਹੀ ਆ, ਹੋਰ ਕੋਈ ਨਹੀਂ ਹੈਗਾ ਜੀ ਸਾਡੇ ਨਾਲ। ਤੁਹਾਡੇ ਹਸਬੈਂਡ ਕਰਦੇ ਕੀ ਸੀਗੇ? ਉਹ ਕਾਰਪੋਰੇਸ਼ਨ 'ਚ ਜੌਬ ਕਰਦੇ ਸੀਗੇ। ਉਹ ਬੇਟੇ ਨੂੰ ਮਿਲੀ ਹੈ ਤਾਂ ਨਹੀਂ ਮੈਂ ਬੇਟੇ ਨੂੰ ਵਿੱਚ ਰੱਖਦੀ ਹਾਂ ਵੀ ਚਲੋ ਹਾਂਜੀ। ਸੋ ਤੁਸੀਂ ਵੇਖ ਸਕਦੇ ਹੋ ਠੱਗੀ ਦਾ ਜਿਹੜਾ ਅਜੀਬ ਮਸਲਾ ਹੈ ਅੱਜ ਫਿਰ ਇੱਕ ਸਾਡੀ ਨਜ਼ਰ ਦੇ ਵਿੱਚ ਆਇਆ। ਹਾਲਾਂਕਿ ਇਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਕਿਸੇ ਵਿਅਕਤੀ ਦੇ ਕਿਸੇ ਵਿਅਕਤੀ ਵੱਲੋਂ ਇਹਨਾਂ ਦੇ ਕੋਲ ਸਾਈਨ ਕਰਵਾ ਲਿੱਤੇ ਜਾਂਦੇ ਆ ਔਰ ਉਸ ਤੋਂ ਬਾਅਦ ਇਹਨਾਂ ਨੂੰ ਉਦੋਂ ਪਤਾ ਚੱਲਦਾ ਵਾ ਜਦੋਂ ਬੈਂਕ ਵਾਲੇ ਇਹਨਾਂ ਦੇ ਘਰ ਆ ਕੇ ਨੋਟਿਸ ਲਗਾ ਦਿੰਦੇ ਨੇ ਕਿ ਇਹਨਾਂ ਦੀ ਜਿਹੜੀ ਰਜਿਸਟਰੀ ਆ ਉਹ ਪਲੈਜ ਕੀਤੀ ਗਈ ਹੈ ਜਸਟ 5 ਲੱਖ ਰੁਪਏ ਦੇ ਲੋਨ ਦੇ ਪਿੱਛੇ, ਜਦ ਕਿ ਜਿਹੜੀ ਪ੍ਰਾਪਰਟੀ ਦੀ ਵੈਲਿਊ ਹੈ ਉਹ 25 ਲੱਖ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ। ਤੁਸੀਂ ਇੱਕੋਦਮ ਸਾਈਨ ਕਰਤੇ, ਮਤਲਬ ਤੁਹਾਨੂੰ ਪਤਾ ਨਹੀਂ ਚੱਲਿਆ ਵੀ ਤੁਸੀਂ ਡਾਕੂਮੈਂਟਸ ਤੇ ਸਾਈਨ ਕਰ ਰਹੇ ਹੋ? ਨਹੀਂ ਜੀ, ਪਹਿਲੇ ਨਾ ਇਹਨਾਂ ਨੇ ਟਾਵਰ ਲਗਵਾਇਆ ਉੱਪਰ ਇੱਕ ਛੱਤ ਤੇ। ਅੱਛਾ। ਹਾਂਜੀ ਜੀਓ ਦਾ, ਤੇ ਉਹਦੇ ਚੱਕਰ 'ਚ ਇਹਨਾਂ ਨੇ ਕਿੰਨੀ ਵਾਰੀ ਸਾਈਨ ਕਰਵਾਏ। ਮੇਰੇ ਕੋਲ ਮੁੰਡੇ ਆਂਦੇ ਰਹੇ, ਆਂਟੀ ਇੱਥੇ ਸਾਈਨ ਕਰ ਦਿਓ, ਇੱਥੇ ਸਾਈਨ ਕਰ ਦਿਓ। ਇਹ 10 ਸਾਲ ਦਾ ਐਗਰੀਮੈਂਟ ਬਣ ਗਿਆ, ਤੁਹਾਨੂੰ ਪੈਸੇ ਆਂਦੇ ਰਹੋਗੇ। ਮੈਂ ਕਿਹਾ ਚਲੋ ਕੋਈ ਗੱਲ ਨਹੀਂ। ਹਾਂਜੀ, ਤੇ ਹੁਣ ਜਦੋਂ ਬਾਅਦ 'ਚ ਪਤਾ ਲੱਗਿਆ ਵੀ ਉਹ ਸਾਈਨ ਇਹਨਾਂ ਨੇ ਕਾਹਦੇ ਲਈ ਲਿੱਤੇ ਸੀਗੇ। ਮੈਂ ਕਦੀ ਬੈਂਕ ਨਹੀਂ ਗਈ, ਕਦੀ ਮੈਨੂੰ ਬੈਂਕ ਨਹੀਂ ਬੁਲਾਇਆ, ਮੇਰੇ ਕੁਝ ਵੀ ਨਹੀਂ ਹੋਇਆ, ਮੈਨੂੰ ਬੈਂਕ ਤੱਕ ਦਾ ਨਹੀਂ ਪਤਾ। ਬਸ ਉਦੋਂ ਹੀ ਪਤਾ ਲੱਗਿਆ ਜਿੱਦਣ ਮੇਰੇ ਘਰੇ ਨੋਟਿਸ ਲੱਗਿਆ ਜੀ। ਸੋ ਅੰਦਾਜ਼ਾ ਲਗਾ ਸਕਦੇ ਹੋ ਤੁਸੀਂ, ਜਦੋਂ ਕਿਸੇ ਨਾਲ ਇਸ ਤਰ੍ਹਾਂ ਠੱਗੀ ਲੱਗਦੀ ਆ ਔਰ ਉਹਨੂੰ ਪਤਾ ਵੀ ਨਹੀਂ ਹੁੰਦਾ ਕਿ ਉਹਦੀ ਰਜਿਸਟਰੀ ਤੱਕ ਰੱਖ ਦਿੱਤੀ ਗਈ ਹੈ। ਹਾਲਾਂਕਿ ਜਿਵੇਂ ਇਹਨਾਂ ਨੇ ਦੱਸਿਆ ਕਿ ਇੱਕ ਟਾਵਰ ਲਗਾਉਣ ਤੋਂ ਜਿਹੜਾ ਇਹ ਮਾਮਲਾ ਜਿਹੜਾ ਮਸਲਾ ਸਟਾਰਟ ਹੋਇਆ ਸੀ, ਇੱਕ ਟਾਵਰ ਦਾ ਲਾਲਚ ਦਿੱਤਾ ਗਿਆ ਇਹਨਾਂ ਨੂੰ ਔਰ ਉਸ ਟਾਵਰ ਨੂੰ ਲਗਾਉਣ ਦੇ ਏਵਜ਼ ਦੇ ਵਿੱਚ ਇਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਇਹਨਾਂ ਨੂੰ ਮੰਥਲੀ ਹੈ ਜਿਹੜੀ ਇਨਕਮ ਸਟਾਰਟ ਹੋ ਜਾਏਗੀ। ਬਟ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਸਾਈਨ ਕਿੱਥੇ ਕਿੱਥੇ ਕਰਦੇ ਰਹੇ। ਔਰ ਸ਼ੌਕਿੰਗ ਉਦੋਂ ਸੀ ਜਦੋਂ ਬੈਂਕ ਵਾਲੇ ਆ ਕੇ ਘਰੇ ਨੋਟਿਸ ਚਿਪਕਾ ਜਾਂਦੇ ਆ। ਬੈਂਕ ਵਾਲੇ ਕੀ ਕਹਿ ਰਹੇ ਨੇ ਹੁਣ? ਬੈਂਕ ਵਾਲੇ ਕੁਝ ਨਹੀਂ ਕਹਿ ਰਹੇ ਜੀ। ਬੈਂਕ ਵਾਲਿਆਂ ਨੇ ਦੇ ਦਿੱਤਾ ਮੈਨੂੰ ਲਿਖ ਕੇ ਡਿਟੇਲ ਬਈ ਉਹਦੇ ਹੀ ਖਾਤੇ 'ਚ ਪੈਸੇ ਗਏ ਤੇ ਉਹਦੀ ਗਲਤੀ ਹੈ ਜੀ। ਸਾਈਨ ਵੀ ਮੇਰੇ ਨਹੀਂ ਹੈਗੇ। ਮੈਂ ਗਈ ਸੀਗੀ ਬੈਂਕ, 1-2 ਸਾਈਨ ਚਲੋ ਹੋਊਗਾ, ਉਹ ਵੀ ਗਲਤੀ ਨਾ। ਬਾਕੀ ਕਹਿੰਦੇ ਵੀ ਤੁਹਾਨੂੰ ਇੱਕ ਵਾਰੀ ਤਾਂ ਬੁਲਾਇਆ ਹੀ ਹੋਊਗਾ ਬੈਂਕ 'ਚ, ਕਦੀ ਤਾਂ ਬੁਲਾਇਆ ਨਹੀਂ ਸਰ। ਮੈਨੂੰ ਕਦੀ ਨਹੀਂ ਬੁਲਾਇਆ ਬੈਂਕ 'ਚ, ਨਾ ਮੈਂ ਕਦੀ ਗਈ ਹਾਂ। ਮੈਨੂੰ ਕੁਝ ਨਹੀਂ ਪਤਾ ਸੀਗਾ ਇਸ ਬਾਰੇ। ਨਹੀਂ, ਜਦੋਂ ਕੋਈ ਬੈਂਕ ਲੋਨ ਕਰਦਾ ਵਾ ਤਾਂ ਕਾਫੀ ਤਰ੍ਹਾਂ ਦੀਆਂ ਵੈਰੀਫਿਕੇਸ਼ਨਾਂ ਨੇ ਬੈਂਕ ਵੱਲੋਂ ਕੀਤੀਆਂ ਜਾਂਦੀਆਂ। ਈਵਨ ਕਿ ਆਸ ਪੜੋਸ ਤੋਂ ਵੀ ਉਹ ਆ ਕੇ ਇਨਕੁਆਇਰੀ ਕਰਕੇ ਜਾਂਦੇ ਨੇ ਬੈਂਕ EMPLOYE। ਉਹਨਾਂ ਦਾ ਵੀ ਇੱਕ ਸਿਸਟਮ ਹੁੰਦਾ ਵਾ। ਤੁਹਾਡੇ ਘਰ ਦੀ ਪਮਾਇਸ਼ ਕੀਤੀ ਹੋਣੀ ਹੈ, ਮਿੰਤੀ ਕੀਤੀ ਹੋਣੀ ਹੈ, ਕੁਝ ਵੀ ਨਹੀਂ ਹੋਇਆ? ਨਹੀਂ ਜੀ, ਕੁਝ ਨਹੀਂ ਹੋਇਆ। ਮੇਰੇ ਘਰੇ ਕੋਈ ਨਹੀਂ ਆਇਆ। ਮਤਲਬ ਤੁਹਾਨੂੰ ਪੂਰਾ ਵੀ ਨਹੀਂ ਪਤਾ ਹੈਗਾ ਕਿ ਤੁਹਾਡੀ ਜਿਹੜੀ ਰਜਿਸਟਰੀ ਹੈ ਉਹ ਬੈਂਕ ਦੇ ਵਿੱਚ ਰੱਖ ਦਿੱਤੀ ਗਈ? ਕਿੰਨੀ ਵਾਰੀ ਪੁੱਛਿਆ, ਮੇਰੇ ਕੋਲ ਵੀਡੀਓ ਤੱਕ ਉਹ ਰਿਕਾਰਡਿੰਗ ਹੈਗੀ ਇਹਨਾਂ ਦੀ ਵੀ ਮੇਰੇ ਕੋਲ ਹੈਗੀ ਹੈ, ਰਜਿਸਟਰੀ ਵੀ ਹੈਗੀ ਤੁਹਾਡੀ ਤੇ ਇਹਨਾਂ ਦੇ ਪੈਸੇ ਵੀ ਮੈਂ ਦੇਣ ਦਾ ਹੱਕਦਾਰ ਹੈਗਾ। ਮੈਂ ਦਵਾਂਗਾ ਜਿਵੇਂ ਤੁਹਾਡੇ ਕੋਲ ਪਈ ਉਦਾਂ ਹੀ ਮੇਰੇ ਕੋਲ ਪਈ, ਮੈਂ ਉਦੋਂ ਹੀ ਦੇ ਦੂੰਗਾ। ਮੈਨੂੰ ਇੱਕ ਵਾਰੀ ਵੀ ਇਹਨਾਂ ਨੇ ਨਹੀਂ ਦੱਸਿਆ ਵੀ ਬੈਂਕ 'ਚ ਹੈ। ਕਿਹੜੇ ਬੈਂਕ ਤੋਂ ਲੋਨ ਹੋਇਆ? AU ਬੈਂਕ ਤੋਂ। ਅੱਛਾ, EU। ਤੇ ਪੇਮੈਂਟ ਕਿਹੜੇ ਬੈਂਕ 'ਚ ਗਈ ਹੈ? ਚੈੱਕ ਤਾਂ ਚੈੱਕ SBI 'ਚ। ਹਾਂਜੀ SBI ਉਹਨਾਂ ਦੇ ਹੀ ਬੈਂਕ 'ਚ ਗਈ ਹੈ। ਮੈਨੂੰ ਇਹਦੇ ਬਾਰੇ ਵੀ ਕੁਝ ਨਹੀਂ ਪਤਾ ਸੀਗਾ, ਵੀ ਬੈਂਕ ਵਾਲਿਆਂ ਨੇ ਦੱਸਿਆ ਵਾ। ਇਹ ਬੈਂਕ ਦੀ ਦਿੱਤਾ ਬੈਂਕ ਦੇ ਵਿੱਚੋਂ। ਹਾਂਜੀ।
ਸੋ ਇੱਥੇ ਤੁਸੀਂ ਦੇਖ ਸਕਦੇ ਹੋ SBI ਬੈਂਕ ਦੇ ਵੱਲੋਂ ਇਹਨਾਂ ਨੂੰ ਲਿਖ ਕੇ ਦਿੱਤਾ ਗਿਆ ਕਿ ਕਿਸ ਵਿਅਕਤੀ ਦੇ ਨਾਮ ਦੇ ਉੱਤੇ ਜਿਹੜਾ ਲੋਨ ਹੈ ਉਹ ਕੀਤਾ ਗਿਆ ਵਾ ਔਰ ਅਕਾਊਂਟ ਨੰਬਰ ਕੀ ਹੈ। ਹਾਲਾਂਕਿ ਮੈਟਰ ਹੈਗਾ ਜਿਹੜਾ ਇਨਵੈਸਟੀਗੇਸ਼ਨ ਦਾ ਹੈ ਔਰ ਪੁਲਿਸ ਨੇ ਇਸ ਨੂੰ ਟਰੇਸ ਆਊਟ ਕਰ ਲੈਣਾ ਅਗਰ ਪ੍ਰੋਪਰ ਵੇ ਦੇ ਨਾਲ ਇਸ ਚੀਜ਼ ਨੂੰ ਇਨਵੈਸਟੀਗੇਟ ਕੀਤਾ ਜਾਵੇ। ਹਾਲਾਂਕਿ ਅਜੀਬ ਹੈ ਕਿ ਬੈਂਕ ਲੋਨ ਕਰਦਾ ਵਾ ਲੇਕਿਨ ਬਿਨਾ ਇਨਕੁਆਇਰੀ ਕੀਤੇ। ਹਾਲਾਂਕਿ ਇਸ ਗੱਲ ਤੋਂ ਇਹ ਵੀ ਸਾਫ਼ ਝਲਕ ਰਿਹਾ ਹੈ ਕਿ ਬੈਂਕ ਦੇ EMPLOYEES ਦੀ ਮਿਲੀ ਭਗਤ ਵੀ ਹੋ ਸਕਦੀ ਹੈ ਕਿ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਇਹਨਾਂ ਦੀ ਰਜਿਸਟਰੀ ਪਲੈਜ ਹੋ ਗਈ ਹੈ, ਜਦ ਕਿ ਲੋਨ ਲੈਣ ਤੋਂ ਪਹਿਲਾਂ ਬੈਂਕ ਦੀਆਂ ਕਈ ਫਾਰਮੈਲਿਟੀਜ਼ ਹੁੰਦੀਆਂ ਨੇ, ਕਈ ਤਰ੍ਹਾਂ ਦੇ ਸਿਸਟਮ ਅਧੀਨ ਉਹ ਵੈਰੀਫਿਕੇਸ਼ਨਾਂ ਕਰਦੇ ਨੇ। ਜਦ ਕਿ ਇਹਨਾਂ ਦਾ ਕਹਿਣਾ ਕਿ ਬੈਂਕ EMPLOYEE ਇਹਨਾਂ ਦੇ ਘਰ ਤੱਕ ਨਹੀਂ ਪਹੁੰਚੇ, ਲੇਕਿਨ ਇਹਨਾਂ ਦੇ ਮਕਾਨ ਦੀ ਜਿਹੜੀ ਰਜਿਸਟਰੀ ਹੈ ਉਸ ਰਜਿਸਟਰੀ ਦੇ ਅਗੇਂਸਟ 5 ਲੱਖ ਦਾ ਲੋਨ ਲੈ ਲਿੱਤਾ ਗਿਆ ਔਰ ਜਦ ਉਹ ਪੇਮੈਂਟ ਨਹੀਂ ਚੁਕਾਈ ਗਈ ਤਾਂ ਬੈਂਕ ਦੇ ਵੱਲੋਂ ਇਹਨਾਂ ਦੇ ਘਰ ਆ ਕੇ ਨੋਟਿਸ ਚਿਪਕਾ ਦਿੱਤਾ ਗਿਆ। ਕਿੱਥੇ ਕੰਪਲੇਂਟ ਕੀਤੀ ਹੈ ਤੁਸੀਂ? ਹਾਂਜੀ ਅਸੀਂ ਸੀਪੀ ਸਾਹਿਬ ਆਏ, ਸੀਪੀ ਸਾਹਿਬ ਕੋਲੇ ਆਏ ਹੋ ਕੰਪਲੇਂਟ? 2 ਵਾਰੀ ਐਪਲੀਕੇਸ਼ਨ ਦਿੱਤੀ। ਹਾਂਜੀ ਫਿਰ ਚੌਂਕੀ 'ਚ ਵੀ ਗਈ ਹੈ ਇਹਨਾਂ ਦੀ ਉਹ। ਹਾਂਜੀ ਕਿਹੜੇ ਥਾਣੇ ਚੌਂਕੀ ਦੀ ਹੈ? ਹਾਂਜੀ ਪਹਿਲੇ ਹੈਬੋਵਾਲ ਹਾਂਜੀ ਥਾਣੇ 'ਚ ਗਈ ਹੈ, ਉੱਥੇ ਬੁਲਾਇਆ ਵਾ। ਫਿਰ ਜਗਤਪੁਰੀ ਚੌਂਕੀ 'ਚ ਆ ਗਈ, ਉੱਥੇ ਮੈਂ ਬੁਲਾਈ ਜਾਂਦੇ ਆ। ਮੈਂ 10 ਗੇੜੇ ਲਾ ਲਈਏ, ਕੁਛ ਨਹੀਂ, ਇੱਦਾਂ ਹੀ ਬੈਠ ਕੇ ਮੈਂ ਆ ਜਾਂਦੀ ਆ। ਕੋਈ ਸੁਣਵਾਈ ਨਹੀਂ ਹੈਗੀ, ਕੋਈ ਨਹੀਂ ਕੁਝ ਵੀ ਸੁਣਦਾ ਵਾ। ਨਾਲੇ ਇਹਦਾ ਪਿਓ ਮੇਰਾ ਭਰਾ, ਉਹਦਾ ਨਾਮ ਰਾਮ ਕਿਸ਼ਨ ਹੈ ਤੇ ਇਸ ਸਰਦਾਰ ਨੇ ਆਪਣਾ ਪਿਓ ਬਣਾ ਲਿਆ ਤੇ ਅੰਜੂ ਮਾਂ ਬਣਾ ਲਈ ਹੈ ਵਹਾਂ ਲੈ ਰੱਖਿਆ। ਅੱਛਾ ਟੈਕਨੀਕਲੀ ਕਿ ਇਹ ਹਾਂਜੀ ਹਾਂਜੀ ਉੱਥੇ ਵੀ ਇਹ ਸੋ ਬੜੀ ਅਜੀਬ ਸਟੋਰੀ ਹੈ ਜਿਹੜੀ ਨਜ਼ਰ ਆ ਰਹੀ ਹੈ। ਤੁਸੀਂ ਵੇਖ ਸਕਦੇ ਹੋ ਇਸ ਵੇਲੇ ਅਸੀਂ ਮੌਜੂਦ ਹਾਂ ਸੀਪੀ ਸਾਹਿਬ ਦੇ ਆਫਿਸ ਦੇ ਬਾਹਰ ਔਰ ਠੱਗੀ ਦਾ ਜਿਹੜਾ ਅਜੀਬ ਮਸਲਾ ਸਾਡੀ ਨਜ਼ਰ ਦੇ ਵਿੱਚ ਆਇਆ ਔਰ ਇੱਥੇ 2 ਮਹਿਲਾਵਾਂ ਨੂੰ ਜਦੋਂ ਅਸੀਂ ਬੈਠੇ ਵੇਖਿਆ ਤਾਂ ਇਹਨਾਂ ਦੇ ਕੋਲੇ ਅਸੀਂ ਸੰਪਰਕ ਕੀਤਾ ਔਰ ਪੁੱਛਿਆ ਕਿ ਤੁਸੀਂ ਇੱਥੇ ਕਿਉਂ ਬੈਠੇ ਹੋ ਤਾਂ ਇਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਅਸੀਂ ਵੀ ਫਰਿਆਦ ਲੈ ਕੇ ਜਿਹੜੀ ਅੱਜ ਪਹੁੰਚੇ ਹਾਂ ਸੀਪੀ ਸਾਹਿਬ ਦੇ ਦਰਬਾਰ ਦੇ ਵਿੱਚ। अंजू वाइफ ऑफ रामकिशन, हालांकि रामकिशन उसके बाप का नाम है। मेरे घर वाले का नाम है जी राजकुमार, हर कागज़ ਦੇ ਵਿੱਚ ਰਾਜਕੁਮਾਰ ਹੈ। ਜਦੋਂ ਇਹ ਚਿੱਠੀ ਘਰੇ ਆਈ ਮੈਂ ਤਾਂ ਖੁਦ ਹੈਰਾਨ ਹਾਂ। ਜੇ ਉਹਨੂੰ ਪਤਾ ਹੀ ਨਹੀਂ ਕੁਝ ਵੀ ਤਦੀ ਤਾਂ ਉਹਨੇ ਐਡੀ ਵੱਡੀ ਫਰੋਡ ਕੀਤਾ ਵਾ ਮੇਰੇ ਨਾਲ। ਮਿੱਠਾ ਪਿਆਰਾ ਬਣ ਕੇ ਹਾਂਜੀ ਘਰੇ ਆਣਾ ਜਾਣਾ ਸਭ ਕੁਝ ਸੀਗਾ। ਪਹਿਲੇ ਬਹੁਤ ਗੱਲਾਂ ਹੁੰਦੀਆਂ ਸੀ ਕਿ ਕੋਈ ਗੱਲ ਨਹੀਂ, ਚਲੋ ਇਹ ਨਹੀਂ ਮੈਂ ਕਿ ਮਾੜਾ ਕਰੂਗਾ, ਮੈਂ ਕਦੀ ਸੋਚਿਆ ਵੀ ਨਹੀਂ ਸੀਗਾ। ਤੇ ਫਿਰ ਦੇਖੋ ਜੀ ਜਦੋਂ ਇਹ ਚਿੱਠੀ ਆਈ ਹੈ ਘਰੇ, ਪਹਿਲੇ ਤਾਂ ਗਲੀ ਵਾਲੇ ਕਹਿੰਦੇ ਤੂੰ ਨਾ ਲੈ ਕਿਉਂਕਿ ਇਹ ਨਾਮ ਹੀ ਗਲਤ ਹੈ। ਫਿਰ ਵੀ ਮੈਂ ਲੈ ਲਈ, ਮੈਂ ਕਿਹਾ ਚਲੋ ਕੋਈ ਨਹੀਂ। ਫਿਰ ਜਦੋਂ ਉਹਨਾਂ ਨੇ ਘਰੇ ਨੋਟਿਸ ਲਗਾਇਆ ਉਹਦਾ ਮੈਂ ਬੈਂਕ ਤੱਕ ਹੀ ਅੱਗੇ ਪਹੁੰਚੀ ਹਾਂ ਜੀ। ਸੋ ਠੱਗੀ ਦਾ ਜਿਹੜਾ ਅਜੀਬ ਮਸਲਾ ਵਾ, ਇੱਥੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ। ਇਹਨਾਂ ਦਾ ਮਹਿਲਾ ਦਾ ਨਾਮ ਅੰਜੂ ਹੈ ਔਰ ਇਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ। ਤੁਹਾਡੇ ਹਸਬੈਂਡ ਦਾ ਕੀ ਨਾਮ ਹੈ? ਰਾਜਕੁਮਾਰ ਹੈ। ਬਟ ਇੱਥੇ ਜਿਹੜਾ ਬੈਂਕ ਦੇ ਵਿੱਚ ਲੋਨ ਦਿੱਤਾ ਗਿਆ ਅੰਜੂ ਵਾਈਫ ਆਫ ਰਾਮ ਕ੍ਰਿਸ਼ਨ। ਸੋ ਸਿੱਧਾ ਇੱਥੇ ਬੈਂਕ ਦੇ EMPLOYEES ਦੀ ਮਿਲੀ ਭਗਤ ਵੀ ਜੋ ਲੱਗ ਰਹੀ ਹੈ। ਹਾਲਾਂਕਿ ਮੈਟਰ ਇਨਵੈਸਟੀਗੇਸ਼ਨ ਦਾ, ਲੇਕਿਨ ਜਿਹਨੇ ਲੋਨ ਲਿੱਤਾ ਉਹਦੇ ਫਾਦਰ ਦਾ ਨਾਮ ਹੈ ਜੀ। ਅੱਛਾ ਜਿਹਨੇ ਲੋਨ ਲਿੱਤਾ ਉਹਦੇ ਫਾਦਰ ਦਾ ਨਾਮ ਰਾਮਕਿਸ਼ਨ। ਹਾਂਜੀ ਇੱਥੇ ਉਹਨਾਂ ਨੇ ਮੇਰੇ ਘਰ ਵਾਲੇ ਦਾ ਨਾਮ ਰਾਮਕਿਸ਼ਨ ਲਿਖਾ ਦਿੱਤਾ। ਸੋ ਤਸਵੀਰਾਂ ਤੁਹਾਡੇ ਸਾਹਮਣੇ ਹਨ, ਤੁਸੀਂ ਵੇਖ ਸਕਦੇ ਹੋ। ਇੱਕ ਠੱਗੀ ਦਾ ਅਜੀਬ ਮਸਲਾ ਵਾ ਜਿਹੜਾ ਉਦੋਂ ਨਜ਼ਰ 'ਚ ਆਇਆ ਜਦੋਂ ਅਸੀਂ ਸੀਪੀ ਸਾਹਿਬ ਦੇ ਆਫਿਸ ਦੇ ਬਾਹਰ ਖੜੇ ਸਾਂ ਔਰ 2 ਮਹਿਲਾਵਾਂ ਸਾਨੂੰ ਨਜ਼ਰ ਆਈਆਂ ਔਰ ਇਹਨਾਂ ਤੋਂ ਅਸੀਂ ਜਦੋਂ ਪੁੱਛਿਆ ਤਾਂ ਇਹਨਾਂ ਨੇ ਆਪਣੀ ਅਪਬੀਤੀ ਦੱਸੀ ਔਰ ਜਿਹੜੀ ਅਪਬੀਤੀ ਦੇ ਵਿੱਚ ਇੱਕ ਨਵੀਂ ਸਟੋਰੀ ਨਿਕਲ ਕੇ ਆ ਰਹੀ ਹੈ ਕਿ ਠੱਗੀ ਹੈ ਜਿਹੜੀ ਬੜੇ ਅਜੀਬ ਤਰੀਕੇ ਦੇ ਨਾਲ ਇਹਨਾਂ ਦੇ ਨਾਲ ਹੁੰਦੀ ਹੈ। ਇਹਨਾਂ ਦੇ ਪੜੋਸ ਦੇ ਵਿੱਚ ਕੋਈ ਰਹਿੰਦਾ ਸੀਗਾ ਤਾਂ ਉਹ ਇਹਨਾਂ ਨੂੰ ਸੰਪਰਕ ਕਰਦਾ ਹੈ ਕਿ ਤੁਹਾਡੀ ਰੈਗੂਲਰ ਜਿਹੜੀ ਮੰਥਲੀ ਇਨਕਮ ਲੱਗ ਸਕਦੀ ਹੈ ਅਗਰ ਤੁਸੀਂ ਆਪਣੇ ਛੱਤ ਤੇ ਟਾਵਰ ਲਗਾ ਲੈਂਦੇ ਹੋ ਔਰ ਉਸ ਟਾਵਰ ਦੀ ਏਵਜ਼ ਦੇ ਵਿੱਚ ਇਹਨਾਂ ਨੂੰ ਮੰਥਲੀ ਇਨਕਮ ਦਾ ਜਿਹੜਾ ਤਰਵਾਸਾ ਦਿੱਤਾ ਗਿਆ। ਲੇਕਿਨ ਇਸ ਦੌਰਾਨ ਇਹਨਾਂ ਦੇ ਕੋਲੋਂ ਕਈ ਕਾਗਜ਼ਾਂ ਤੇ ਸਾਈਨ ਤੱਕ ਕਰਵਾ ਲਿੱਤੇ ਜਾਂਦੇ ਆ ਔਰ ਇਹਨਾਂ ਦੇ ਮਕਾਨ ਦੀ ਰਜਿਸਟਰੀ ਤੱਕ ਜਿਹੜੀ ਮੰਗਵਾ ਲਿੱਤੀ ਜਾਂਦੀ ਆ ਔਰ ਅਸਲੀ ਸ਼ੌਕ ਉਦੋਂ ਲੱਗਦਾ ਵਾ ਔਰ ਇਹਨਾਂ ਨੂੰ ਅਸਲੀਅਤ ਉਦੋਂ ਪਤਾ ਚੱਲਦੀ ਹੈ ਜਦੋਂ ਬੈਂਕ ਵਾਲੇ ਘਰ ਆ ਦਬਕਦੇ ਨੇ ਔਰ ਇਹਨਾਂ ਦੇ ਘਰ ਦੇ ਬਾਹਰ ਨੋਟਿਸ ਤੱਕ ਚਿਪਕਾ ਜਾਂਦੇ ਆ ਔਰ ਇਹਨਾਂ ਨੂੰ ਇੱਕ ਟਾਈਮ ਲਿਮਟ ਦੇ ਦਿੰਦੇ ਆ। ਉਦੋਂ ਇਹਨਾਂ ਨੂੰ ਪਤਾ ਚੱਲਦਾ ਹੈ ਕਿ ਇਹਨਾਂ ਦੇ ਜਿਹੜੇ ਮਕਾਨ ਦੀ ਰਜਿਸਟਰੀ ਹੈ ਉਸ ਦੇ ਅਗੇਂਸਟ 5 ਲੱਖ ਦੀ ਜਿਹੜੀ ਲੋਨ ਹੈ 5 ਲੱਖ ਦਾ ਲੋਨ ਲੈ ਲਿੱਤਾ ਗਿਆ ਔਰ ਉਸ ਤੋਂ ਇਲਾਵਾ ਵੀ ਕਈ ਇੱਦਾਂ ਦੀਆਂ ਤਰੁੱਟੀਆਂ ਡਾਕੂਮੈਂਟਸ ਦੇ ਵਿੱਚ ਨਜ਼ਰ ਆ ਰਹੀਆਂ। ਹਾਲਾਂਕਿ 5 ਲੱਖ ਦਾ ਇਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਔਰ ਮਾਤਾ ਜੀ ਦੇ ਵੱਲੋਂ ਉਸੇ ਵਿਅਕਤੀ ਦੁਆਰਾ 7 ਲੱਖ ਦੀ ਠੱਗੀ ਮਾਰੀ ਗਈ ਦੱਸੀ ਜਾ ਰਹੀ ਹੈ। का मुंडा आया जबकि वो बैंक लोन करांदा है, वो ग्रंटेड भी रजिस्ट्री में भी इन्हें नाम बदली करवा दिए। ਇਹਦਾ खुद मुंडा इसका गेम का जो है ना वो है ग्रंटेड, वही बन रहा है इस लोन लेने के चक्कर में। अपने प्यो दा ग्रंटेड मुंडा बन रहा जबकि लोन करांदा वो। ਸੋ
ਬੈਂਕ EMPLOYEE ਦੱਸ ਰਹੇ ਨੇ ਕਿ ਜਿਸ ਵਿਅਕਤੀ ਨੇ ਇਹਨਾਂ ਦੇ ਨਾਲ ਫਰਾਡ ਕੀਤਾ ਉਸ ਦਾ ਬੇਟਾ ਜਿਹੜਾ ਉਹ ਵੀ ਲੋਨ ਕਰਵਾਉਂਦਾ ਵਾ। ਹਾਲਾਂਕਿ ਮੈਟਰ ਹੈ ਜਿਹੜਾ ਇਨਵੈਸਟੀਗੇਸ਼ਨ ਅੰਡਰ ਇਨਵੈਸਟੀਗੇਸ਼ਨ ਹੈ ਔਰ ਸੀਪੀ ਸਾਹਿਬ ਦੇ ਦਰਬਾਰ ਦੇ ਵਿੱਚ ਅੱਜ ਪੇਸ਼ ਹੋ ਕੇ ਇਹਨਾਂ ਦੇ ਵੱਲੋਂ ਫਰਿਆਦ ਵੀ ਲਗਾ ਦਿੱਤੀ ਗਈ ਹੈ ਔਰ ਇਹ ਵੇਖਣਾ ਹੋਵੇਗਾ ਆਉਣ ਵਾਲੇ ਟਾਈਮ ਦੇ ਵਿੱਚ ਕਿ ਇਸ ਫਰਿਆਦ ਦੇ ਉੱਤੇ ਪੁਲਿਸ ਕੀ ਐਕਸ਼ਨ ਲੈਂਦੀ ਹੈ। ਹਾਲਾਂਕਿ ਫਿਰ ਮਿਲਦੇ ਆ ਨਵੀਆਂ ਤਸਵੀਰਾਂ ਦੇ ਨਾਲ ਔਰ ਅਲਰਟ ਰਹਿਣ ਦੀ ਕਾਫੀ ਜ਼ਰੂਰਤ ਹੈ ਕਿਉਂਕਿ ਅੱਜ ਕੱਲ੍ਹ ਜਿਹੜੀ ਠੱਗੀ ਹੈ, ਠੱਗ ਨੇ ਜਿਹੜੇ ਕਈ ਤਰੀਕਿਆਂ ਦੇ ਨਾਲ ਆਮ ਲੋਕਾਂ ਨੂੰ ਠੱਗ ਲੈਂਦੇ ਆ। ਸੋ ਅਲਰਟ ਰਹਿਣ ਦੀ ਬਹੁਤ ਜ਼ਰੂਰਤ ਹੈ। ਸੋ ਮਿਲਦੇ ਆ ਨਵੀਆਂ ਤਸਵੀਰਾਂ ਦੇ ਨਾਲ। ਫਿਲਹਾਲ ਮੈਨੂੰ ਦਿਓ ਇਜਾਜ਼ਤ। ਕੈਮਰਾਮੈਨ ਸੰਜੇ ਸੀਤੀਆ ਦੇ ਨਾਲ ਅਰੁਣ ਕੌਸ਼ਲ ਦੀ ਖਾਸ ਰਿਪੋਰਟ ਵੇਖਦੇ ਰਹੋ ਲੁਧਿਆਣਾ ਲਾਈਵ।